ਗੁਰੂ ਪ੍ਰਥਾ ਦੁਨੀਆ ਵਿੱਚ ਹਰ ਇੱਕ ਵਿਸ਼ੇ ਜਮਾਤ ਜਾਂ ਪ੍ਰੀਖਿਆ ਨੂੰ ਪਾਸ ਕਰਨ ਲਈ ਸੰਬੰਧਿਤ ਅਧਿਆਪਕ ਤੋਂ ਗਿਆਨ ਹਾਸਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੀ। ਇਸੇ ਤਰ੍ਹਾਂ ਭਗਤੀ ਦੇ ਰਾਹ ਵਿੱਚ ਆਉਣ ਵਾਲੀਆਂ ਪ੍ਰੀਖਿਆਵਾਂ ਜਾਂ ਰੁਕਾਵਟਾਂ ਨੂੰ ਪਾਰ ਕਰਨ ਲਈ ਉਹਨਾਂ ਨੂੰ ਪਾਰ ਲਗਾਉਣ ਵਾਲੇ ਉੱਤਮ ਸਾਧਕਾਂ ਤੋਂ ਗਿਆਨ ਹਾਸਲ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਸਾਰੀ ਲਕਾਈ ਭਟਕਣਾ ਵਿੱਚ ਪੈ ਕੇ ਕਰਾਹੇ ਪਈ ਰਹਿੰਦੀ ਹੈ। ਇਸ ਕਰਕੇ ਹੀ ਭਗਤੀ ਰਾਹ 'ਤੇ ਚੱਲਣ ਲਈ ਗੁਰੂ ਧਾਰਨ ਕਰਨ ਦੀ ਪ੍ਰਥਾ ਬਣੀ ਹੈ। ਇਨਸਾਨ ਨੇ ਸਮੇਂ ਦੇ ਨਾਲ ਨਾਲ ਖੋਜਾਂ 'ਤੇ ਮਿਹਨਤ ਕਰਕੇ ਸੁੱਖ ਸਹੂਲਤਾਂ ਦੇ ਅਨੇਕਾਂ ਹੀ ਸਾਧਨ ਬਣਾਏ ਹਨ। ਇਨਸਾਨ ਪਹਿਲਾਂ ਜਿਸ ਸਫ਼ਰ ਨੂੰ ਮਹੀਨਿਆਂ ਵਿੱਚ ਪੂਰਾ ਕਰਦਾ ਸੀ, ਅੱਜ ਉਹ ਉਸ ਨੂੰ ਚੰਦ ਘੰਟਿਆਂ ਵਿੱਚ ਹੀ ਪੂਰਾ ਕਰ ਦਿੰਦਾ ਹੈ। ਦੁਨੀਆ ਦੇ ਜਿੰਨੇ ਹਿੱਸਿਆਂ ਵਿੱਚ ਜੋ ਸੰਪਰਕ ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਵੀ ਨਹੀਂ ਬਣਾਇਆ ਜਾ ਸਕਦਾ ਸੀ, ਅੱਜ ਉਹ ਸੰਪਰਕ ਪਲ ਭਰ ਵਿੱਚ ਹੀ ਬਣਾ ਲਿਆ ਜਾਂਦਾ ਹੈ। ਆਧੁਨਿਕਤਾ ਦੇ ਇਸ ਦੌਰ ਵਿੱਚ ਇਨਸਾਨ ਆਪਣੀਆਂ ਪ੍ਰਾਪਤੀਆਂ ਨੂੰ ਤਾਂ ਸਹਿਜੇ ਹੀ ਮਨਜ਼ੂਰ ਕਰ ਲੈਂਦਾ ਹੈ, ਪਰ ਭਗਤੀ ਰਾਹ ਦੀ ਤਰੱਕੀ ਦੇ ਵਿਸ਼ੇ ਵਿੱਚ ਇਨਸਾਨੀ ਸੋਚ ਅਜੇ ਵੀ ਪੁਰਾਣੀਆਂ ਰੀਤੀਆਂ, ਜਿਵੇਂ ਜੰਗਲਾਂ ਵਿੱਚ ਜਾਣਾ, ਉਜਾੜਾਂ ਵਿੱਚ ਭੁੱਖੇ ਪਿਆਸੇ ਰਹਿਣਾ, ਉੱਚੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਸਾਲਾਂ ਤੱਕ ਤਪੱਸਿਆ ਕਰਨਾ, ਦੁਨੀਆਦਾਰੀ ਨੂੰ ਹਮੇਸ਼ਾ ਲਈ ਛੱਡ ਦੇਣਾ, ਸਿਰ ਦੇ ਵਾਲ ਤੇ ਦਾੜ੍ਹੀ ਕਟਵਾਉਣਾ ਆਦਿ ਵਿੱਚ ਹੀ ਰੁਕੀ ਹੋਈ ਹੈ। ਵਿਗਿਆਨ ਦੇ ਜ਼ਰੀਏ ਇਨਸਾਨ ਨੂੰ ਜ਼ਿੰਦਗੀ ਵਿੱਚ ਜੋ ਤੇਜ਼ ਰਫ਼ਤਾਰ ਮਿਲੀ ਹੈ, ਉਸ ਦੇ ਸਨਮੁਖ ਉਹ ਇਹ ਸੋਚਣਾ ਹੀ ਨਹੀਂ ਚਾਹੁੰਦਾ ਕਿ ਭਗਤੀ ਰਾਹ ਵਿੱਚ ਵੀ ਰਫ਼ਤਾਰ ਵੱਧ ਸਕਦੀ ਹੈ। ਪਹਿਲਾਂ ਇਨਸਾਨ ਨੂੰ ਜੋ ਫਲ ਕਈ ਵਰ੍ਹਿਆਂ ਦੀ ਤਪੱਸਿਆ ਕਰਨ ਨਾਲ ਮਿਲਦਾ ਸੀ, ਅੱਜ ਉਸ ਨੂੰ ਕੁਝ ਘੰਟਿਆਂ ਦੀ ਤਪੱਸਿਆ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਰ੍ਹਿਆਂ ਦੀ ਸੇਵਾ ਦਾ ਪੁੰਨ ਵੀ ਅੱਜ ਕੁਝ ਸਮੇਂ ਵਿੱਚ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਰਮਾਇਣ ਕਾਲ ਵਿੱਚ ਤਕਨੀਕੀ ਤੌਰ 'ਤੇ ਸ਼੍ਰੀ ਰਾਮ ਚੰਦਰ ਜੀ ਨਾਲੋਂ ਰਾਵਣ ਕਿਤੇ ਵੱਧ ਤਾਕਤਵਰ ਸੀ, ਪਰ ਸ਼੍ਰੀ ਰਾਮ ਚੰਦਰ ਜੀ ਦਾ ਧੀਰਜ ਅਤੇ ਆਤਮਿਕ ਪ੍ਰਾਪਤੀਆਂ ਨੂੰ ਧਰਮ ਅਨੁਸਾਰ ਇਸਤੇਮਾਲ ਕਰਨ ਨਾਲ ਹੀ ਰਾਵਣ ਦੀ ਹਾਰ ਹੋਈ। ਜੇਕਰ ਰਾਵਣ ਦੀ ਤਰਜ਼ ਤੇ ਤਕਨੀਕਾਂ ਵਿੱਚ ਵਿਗਿਆਨ ਨੇ ਤਰੱਕੀ ਕੀਤੀ ਹੈ, ਤਾਂ ਸ਼੍ਰੀ ਰਾਮ ਚੰਦਰ ਜੀ ਦੀ ਤਰਜ਼ ਤੇ ਭਗਤੀ ਰਾਹ 'ਤੇ ਚੱਲਣ ਵਾਲਿਆਂ ਨੇ ਵੀ ਤਰੱਕੀ ਕੀਤੀ ਹੈ। ਪਰੰਤੂ ਇਨਸਾਨ ਦਾ ਇਸ ਸੱਚ ਨੂੰ ਕਬੂਲ ਨਾ ਕਰਨਾ ਹੀ ਸ਼੍ਰੀ ਰਾਮ ਚੰਦਰ ਜੀ ਦੀ ਤੁਲਨਾ ਵਿੱਚ ਰਾਵਣ ਦੀ ਸੋਚ ਨੂੰ ਉੱਤਮ ਸਿੱਧ ਕਰਨ ਦੇ ਬਰਾਬਰ ਹੈ। ਜਿਸ ਤਰ੍ਹਾਂ ਦੁਨੀਆ ਨੂੰ ਮੌਕੇ ਦੇ ਵਿਗਿਆਨੀਆਂ ਨਾਲ ਜੁੜੇ ਹੋਏ ਵਿਅਕਤੀ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ, ਇਸੇ ਤਰ੍ਹਾਂ ਪਰਮਾਤਮਾ ਨਾਲ ਜੁੜੇ ਹੋਏ ਮੌਕੇ ਦੇ ਗੁਰੂ ਵੀ ਇਨਸਾਨ ਨੂੰ ਪਰਮਾਤਮਾ ਦੁਆਰਾ ਮਨਜ਼ੂਰ ਕੀਤੇ ਗਏ ਭਗਤੀ ਦੇ ਨਵੇਂ ਢੰਗਾਂ ਦੀ ਜਾਣਕਾਰੀ ਦਿੰਦੇ ਹਨ। ਜੇਕਰ ਕੋਈ ਇਹ ਕਹੇ ਕਿ ਹਜ਼ਾਰਾਂ ਸਾਲ ਪਹਿਲਾਂ ਕਿਸੇ ਵਿਗਿਆਨੀ ਦੀ ਖੋਜ ਵਿਗਿਆਨ ਦੀ ਚਰਮ ਸੀਮਾ ਹੈ ਅਤੇ ਦੁਨੀਆ ਨੂੰ ਅੱਗੇ ਵਧਣ ਲਈ
ਹੁਣ ਕਿਸੇ ਹੋਰ ਵਿਗਿਆਨੀ ਦੀ ਲੋੜ ਨਹੀਂ ਹੈ ਤਾਂ ਇਹ ਕਹਿਣਾ ਮੂਰਖਤਾ ਹੋਵੇਗੀ। ਇਸੇ ਤਰ੍ਹਾਂ ਜੇਕਰ ਕੋਈ ਇਹ ਕਹੇ ਕਿ ਹਜ਼ਾਰਾਂ ਸਾਲ ਪਹਿਲਾਂ ਕਿਸੇ ਰੱਬੀ ਅਵਤਾਰ ਜਾਂ ਸਾਧਕ ਦੁਆਰਾ ਕੀਤੀ ਗਈ ਖੋਜ ਅਧਿਆਤਮਕ ਦੁਨੀਆ ਦੀ ਚਰਮ ਸੀਮਾ ਹੈ ਅਤੇ ਹੁਣ ਇਨਸਾਨ ਨੂੰ ਕਿਸੇ ਰੱਬੀ ਅਵਤਾਰ ਦੀ ਲੋੜ ਨਹੀਂ, ਤਾਂ ਇਹ ਵੀ ਓਨੀ ਹੀ ਵੱਡੀ ਮੂਰਖਤਾ ਹੋਵੇਗੀ। ਆਮ ਤੌਰ 'ਤੇ ਕਿਸੇ ਵੀ ਢੰਗ ਨਾਲ ਕੀਤੀ ਗਈ ਖੋਜ ਦੇ ਲਗਾਤਾਰ ਇੱਕੋ ਜਿਹੇ ਨਤੀਜੇ ਮਿਲਣ 'ਤੇ ਉਸ ਨੂੰ ਇੱਕ ਪ੍ਰਵਾਨਿਤ ਖੋਜ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਆਧਾਰ ਮੰਨ ਕੇ ਅਗਾਂਹ ਖੋਜ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਇੱਕ ਮੰਤਰ ਦੇ ਜਾਪ ਨਾਲ ਬਾਰ-ਬਾਰ ਇੱਕ ਹੀ ਨਤੀਜਾ ਮਿਲਣ 'ਤੇ ਉਸ ਨੂੰ ਪ੍ਰਵਾਨਿਤ ਖੋਜ ਮੰਨ ਕੇ ਸਾਧਕਾਂ ਦੁਆਰਾ ਭਗਤੀ ਰਾਹ ਵਿੱਚ ਵੀ ਲਗਾਤਾਰ ਅਗਾਂਹ ਖੋਜ ਕੀਤੀ ਜਾਂਦੀ ਰਹੀ ਹੈ। ਵਿਗਿਆਨੀ ਖੋਜ ਕਰਨ ਸਮੇਂ ਪ੍ਰਯੋਗਸ਼ਾਲਾ ਵਿੱਚ ਆਪਣੇ ਦਿਮਾਗ ਨੂੰ ਇਕਾਗਰ ਰੱਖਣ ਲਈ ਲੰਬੇ ਸਮੇਂ ਤੱਕ ਇਕੱਲੇ ਕੰਮ ਕਰਦੇ ਹਨ ਅਤੇ ਆਮ ਲੋਕਾਂ ਤੋਂ ਦੂਰ ਰਹਿੰਦੇ ਹਨ। ਇਸੇ ਤਰ੍ਹਾਂ ਸਾਧਕ ਵੀ ਭਗਤੀ ਰਾਹ ਦੀ ਖੋਜ ਵਿੱਚ ਆਪਣੇ ਧਿਆਨ ਨੂੰ ਇਕਾਗਰ ਰੱਖਣ ਲਈ ਇਹੋ ਜਿਹੇ ਇਕਾਂਤ ਥਾਂ ਨੂੰ ਚੁਣਦੇ ਹਨ ਜੋ ਆਮ ਲੋਕਾਂ ਦੀ ਪਹੁੰਚ ਵਿੱਚ ਨਾ ਹੋਵੇ। ਇਹੋ ਜਿਹੇ ਥਾਂ ਅਕਸਰ ਜੰਗਲਾਂ, ਪਹਾੜਾਂ ਅਤੇ ਉਜਾੜਾਂ ਵਿੱਚ ਹੀ ਹੁੰਦੇ ਹਨ। ਇਸੇ ਕਰਕੇ ਹੀ ਪੁਰਾਣੇ ਸਮੇਂ ਵਿੱਚ ਭਗਤੀ ਦਾ ਗਿਆਨ ਹਾਸਲ ਕਰਨ ਲਈ ਲੋਕਾਂ ਨੂੰ ਔਖੀਆਂ ਥਾਵਾਂ 'ਤੇ ਜਾ ਕੇ ਉੱਤਮ ਸਾਧਕਾਂ ਦੀ ਭਾਲ ਕਰਨੀ ਪੈਂਦੀ ਸੀ, ਪਰੰਤੂ ਅਸਲ ਵਿੱਚ ਭਗਤੀ ਵਿੱਚ ਅੱਗੇ ਵਧਣ ਲਈ ਕਠਿਨ ਅਤੇ ਔਖੀਆਂ ਥਾਵਾਂ ਦੀ ਯਾਤਰਾ ਕਰਨ ਦਾ ਕੋਈ ਮਹੱਤਵ ਨਹੀਂ ਹੈ, ਜਦੋਂ ਕਿ ਭਗਤੀ ਰਾਹ 'ਤੇ ਚੱਲਦਿਆਂ ਯੋਗ ਗੁਰੂ ਦਾ ਮਿਲਣਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਈ ਸਾਧਕਾਂ ਨੇ ਆਪਣੀ ਸਾਧਨਾ ਦੇ ਜ਼ਰੀਏ ਬ੍ਰਹਿਮੰਡ ਵਿੱਚ ਘੁੰਮਦੇ ਹੋਏ ਬ੍ਰਹਿਮੰਡ ਦੀਆਂ ਤਾਕਤਾਂ ਜਿਵੇਂ ਦੇਵ ਮਹਾਦੇਵ ਨੂੰ ਵੀ ਗੁਰੂ ਰੂਪ ਵਿੱਚ ਧਾਰਨ ਕਰਕੇ ਉਹਨਾਂ ਤੋਂ ਗਿਆਨ ਹਾਸਲ ਕੀਤਾ ਹੈ ਅਤੇ ਉਸ ਗਿਆਨ ਨੂੰ ਸ਼ਾਸਤਰਾਂ ਵਿੱਚ ਅੱਜ ਵੀ ਪੜ੍ਹਿਆ ਜਾ ਸਕਦਾ ਹੈ। ਕਾਲ ਨੂੰ ਦਿੱਤੇ ਵਰਦਾਨ ਮੁਤਾਬਕ, ਕਿਉਂਕਿ ਸਿਰਫ ਇਨਸਾਨ ਖੁਦ ਹੀ ਪਰਮਾਤਮਾ ਕੋਲ ਪਹੁੰਚ ਸਕਦਾ ਸੀ, ਇਸ ਲਈ ਸ੍ਰਿਸ਼ਟੀ ਦੀ ਹੋਰ ਕੋਈ ਵੀ ਤਾਕਤ ਉਸ ਤੱਕ ਨਹੀਂ ਪਹੁੰਚ ਸਕਦੀ, ਜਿਸ ਕਰਕੇ ਉਹ ਇਨਸਾਨ ਨੂੰ ਵੀ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਦੀ। ਫਿਰ ਅਜਿਹੇ ਸਮੇਂ ਸਾਧਕਾਂ ਨੇ ਉਹ ਇਨਸਾਨ ਜੋ ਪਰਮਾਤਮਾ ਤੱਕ ਰਾਹ ਜਾਣਦਾ ਹੋਵੇ, ਭਾਵ ਇਨਸਾਨ ਦੇ ਰੂਪ ਵਿੱਚ ਪੂਰਨ ਗੁਰੂ ਦੀ ਲੋੜ ਨੂੰ ਸਮਝਿਆ। ਸਾਧਕਾਂ ਦੀ ਪਰਮਾਤਮਾ ਪ੍ਰਤੀ ਦੀ ਪ੍ਰਚੰਡ ਇੱਛਾ ਸ਼ਕਤੀ, ਲਗਨ, ਪ੍ਰੇਮ ਅਤੇ ਰੂਹਾਂ ਦੀ ਬੇਚੈਨੀ ਨੂੰ ਦੇਖਦੇ ਹੋਏ ਸਾਧਕਾਂ ਦੀ ਪਰਮਾਤਮਾ ਪ੍ਰਾਪਤੀ ਦੀ ਪ੍ਰਚੰਡ ਇੱਛਾ ਸ਼ਕਤੀ, ਲਗਨ, ਪ੍ਰੇਮ ਅਤੇ ਰੂਹਾਂ ਦੀ ਬੇਚੈਨੀ ਨੂੰ ਦੇਖਦੇ ਹੋਏ ਪਰਮਾਤਮਾ ਨੇ ਉਹਨਾਂ 'ਤੇ ਤਰਸ ਖਾ ਕੇ ਇਨਸਾਨ ਦੇ ਰੂਪ ਵਿੱਚ ਧਰਤੀ 'ਤੇ ਅਵਤਾਰ ਧਾਰਨ ਕੀਤਾ ਅਤੇ ਪੂਰਨ ਗੁਰੂ ਦੇ ਰੂਪ ਵਿੱਚ ਪਰਮਾਤਮਾ ਪ੍ਰਾਪਤੀ ਦਾ ਢੰਗ ਵੀ ਦੱਸਿਆ। ਇੱਕ ਵੱਖਰੇ ਨਜ਼ਰੀਏ ਤੋਂ ਭਗਤੀ ਰਾਹ ਦੇ ਇਸ ਚੱਕਰ ਵਿਊਹ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਇਨਸਾਨ ਜਨਮ ਤੋਂ ਬਾਅਦ ਆਪਣਾ ਅਸਲੀ ਮਕਸਦ ਭੁੱਲ ਗਿਆ। ਆਤਮਾ ਦੀ ਆਵਾਜ਼ ਨੂੰ ਅਣਸੁਣਿਆ ਕਰਕੇ ਕਾਲ ਦੇ ਬਣਾਏ ਪੰਜ ਚੋਰਾਂ ਕਾਮ, ਕ੍ਰੋਧ, ਲੋਭ,
ਮੋਹ ਹੰਕਾਰ ਮਨ ਤੇ ਮਾਇਆ ਦਾ ਗੁਲਾਮ ਹੋ ਕੇ ਆਪਣੀ ਬੇਸ਼ਕੀਮਤੀ ਜ਼ਿੰਦਗੀ ਬਰਬਾਦ ਕਰਨ ਲੱਗਿਆ। ਪਰ ਜਦੋਂ ਰੂਹਾਂ ਬੇਚੈਨ ਹੋ ਗਈਆਂ ਅਤੇ ਪਰਮਾਤਮਾ ਨੂੰ ਮਦਦ ਲਈ ਬੁਲਾਉਣ ਲੱਗੀਆਂ ਤਾਂ ਪਰਮਾਤਮਾ ਨੇ ਤੜਫ ਰਹੀਆਂ ਰੂਹਾਂ 'ਤੇ ਤਰਸ ਖਾ ਕੇ ਇਨਸਾਨ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ। ਫਿਰ ਆਮ ਇਨਸਾਨ ਦੀ ਤਰ੍ਹਾਂ ਹੀ ਖੁਦ ਸਾਧਕ ਬਣ ਕੇ ਘੋਰ ਤਪੱਸਿਆ ਕੀਤੀ ਅਤੇ ਪਰਮਾਤਮਾ ਦੀ ਪ੍ਰਾਪਤੀ ਦਾ ਢੰਗ ਦੱਸਿਆ। ਇਸ ਤੋਂ ਉਪਰੰਤ ਇਨਸਾਨ ਨੂੰ ਉਸ ਦਾ ਅਸਲੀ ਮਕਸਦ ਯਾਦ ਕਰਵਾਇਆ ਤੇ ਉਸ ਨੂੰ ਭਗਤੀ ਕਰਨ ਲਈ ਪ੍ਰੇਰਨਾ ਵੀ ਦਿੱਤੀ। ਉਸ ਤੋਂ ਪ੍ਰੇਰਨਾ ਲੈ ਕੇ ਲੋਕਾਂ ਨੇ ਉਸ ਨੂੰ ਆਪਣਾ ਗੁਰੂ ਧਾਰਨ ਕੀਤਾ। ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਮਿਲੇ ਨਤੀਜਿਆਂ ਦੇ ਫਲ ਸਰੂਪ ਸਾਧਕਾਂ ਦਾ ਗੁਰੂ 'ਤੇ ਭਰੋਸਾ ਦਿਨ ਪ੍ਰਤੀ ਦਿਨ ਵੱਧਦਾ ਹੀ ਗਿਆ ਅਤੇ ਇੱਕ ਦਿਨ ਗੁਰੂ ਨੇ ਆਤਮਾ ਨੂੰ ਮਹਾਕਾਲ ਦੇ ਜਾਲ ਵਿੱਚੋਂ ਬਾਹਰ ਕੱਢ ਕੇ ਪਰਮਾਤਮਾ ਨਾਲ ਮਿਲਾ ਦਿੱਤਾ। ਸ੍ਰਿਸ਼ਟੀ ਦੇ ਕਾਨੂੰਨ ਮੁਤਾਬਕ ਸਿਰਫ ਇਨਸਾਨ ਹੀ ਪਰਮਾਤਮਾ ਤੱਕ ਜਾਣ ਲਈ ਸਮਰੱਥ ਹੈ। ਇਸ ਲਈ ਪਰਮਾਤਮਾ ਤੱਕ ਲੈ ਕੇ ਜਾਣ ਵਾਲਾ ਪੂਰਨ ਗੁਰੂ ਕੇਵਲ ਇਨਸਾਨ ਹੀ ਹੋ ਸਕਦਾ ਹੈ। ਗੁਰੂ ਦੇ ਬਿਨਾਂ ਭਗਤੀ ਦੇ ਰਸਤੇ ਵਿੱਚ ਇੱਕ ਕਦਮ ਵੀ ਨਹੀਂ ਰੱਖਿਆ ਜਾ ਸਕਦਾ। ਵੱਖ-ਵੱਖ ਧਾਰਮਿਕ ਥਾਵਾਂ 'ਤੇ ਪਾਠ ਪੂਜਾ ਵਿੱਚ ਕੀਤੀਆਂ ਜਾਣ ਵਾਲੀਆਂ ਗੁਰੂ ਉਸਤਤ ਦੇ ਰੂਪ ਵਿੱਚ ਅਰਦਾਸਾਂ ਇਸੇ ਦੀਆਂ ਹੀ ਪ੍ਰਤੀਕ ਹਨ। ਇਹ ਕਹਾਵਤ ਸੱਚ ਹੈ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਵਜੋਂ ਪਤ ਨਹੀਂ। ਬਹੁਤ ਬਹੁਤ ਧੰਨਵਾਦ ਸਰੋਤੇ ਜਨਾਂ ਦਾ। ਬਸ ਐਂ ਸੁਣਦੇ ਰਹੋ ਤੇ ਅੱਗੇ ਦੀ ਅੱਗੇ ਗਾਹਾਂ ਸ਼ੇਅਰ ਵੀ ਕਰਦੇ ਰਹੋ ਤੇ ਆਮਦਨੀ ਵੀ ਕਮਾਇਓ। ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਬਹੁਤ ਬਹੁਤ ਧੰਨਵਾਦ ਆਪ ਦਾ ਜੀ।